चिताओं पर लगेंगे हर वर्ष मेले, देश पर मर मिटने वालों का यही निशा होगा। शान पंजाबी ਦੀ ਖਾਸ ਪੇਸ਼ਕਸ਼ ਹੈ ਇਸ ਵਾਰ ਸ਼ਹੀਦ ਆਜ਼ਮ ਭਗਤ ਸਿੰਘ ਤੇ ਜਿਨ੍ਹਾਂ ਦਾ ਸ਼ਹਾਦਤ ਦਿਵਸ ਪੂਰੀ ਦੁਨੀਆ ਤੇ ਮਨਾਇਆ ਜਾ ਰਿਹਾ ਹੈ। ਪਰੰਤੂ ਸਵਾਲ ਇਹ ਹੈ ਕਿ ਸ਼ਹਾਦਤ ਤੇ ਸ਼ਹੀਦ ਹੋਣ ਪਿੱਛੇ ਇੱਕ ਵਿਚਾਰਧਾਰਾ ਬਹੁਤ ਕੰਮ ਕਰਦੀ ਹੈ ਤੇ ਭਗਤ ਸਿੰਘ ਨੂੰ ਵੈਸੇ ਵੀ ਸ਼ਹੀਦਾਂ ਦਾ ਸਰਤਾਜ ਕਿਹਾ ਗਿਆ ਹੈ ਕਿ ਉਹਨਾਂ ਦੀ ਵਿਚਾਰਧਾਰਾ ਦਾ ਜਿਹੜਾ ਸੁਪਨਾ ਦੇਖਿਆ ਗਿਆ ਸੀ ਉਹ ਅਜੇ ਤੱਕ ਸਾਕਾਰ ਹੋਇਆ ਜਾਂ ਨਹੀਂ। ਇਸ ਵਿਸ਼ੇ 'ਤੇ ਸਾਡੇ ਨਾਲ ਜੁੜੇ ਨੇ ਉੱਘੇ ਸਮਾਜ ਸੇਵੀ, ਸੋਸ਼ਲਿਸਟ ਅਤੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਮਾਰਸ਼ਲ ਦੀ ਭੂਮਿਕਾ ਨਿਭਾਉਂਦੇ ਪਰਵਿੰਦਰ ਛਾਬੜਾ ਜੀ। ਪਰਵਿੰਦਰ ਛਾਬੜਾ ਜੀ, ਸ਼ੁਕਰੀਆ ਜੀ, ਬਹੁਤ ਥੈਂਕ ਯੂ, ਸ਼ੁਕਰੀਆ ਜੀ। ਅਤੇ ਮੇਰੇ ਨਾਲ ਜੁੜੇ ਨੇ ਵਿਦਿਆਰਥੀ ਕਰੁਣ ਭਾਰਤਵਾਜ। ਤੁਹਾਡਾ ਵੀ ਸਵਾਗਤ ਹੈ। ਥੈਂਕ ਯੂ ਸਰ। ਅਤੇ ਜਿਹੜਾ ਇਹ ਮੁੱਦਾ ਹੈ, ਮੁੱਦਾ ਆਪਣੇ ਆਪ 'ਚ ਗੰਭੀਰ ਹੈ। ਸਭ ਤੋਂ ਪਹਿਲਾਂ ਪਰਵਿੰਦਰ ਛਾਬੜਾ ਜੀ ਕੋਲ ਚੱਲਦੇ ਹਾਂ। ਪਰਵਿੰਦਰ ਛਾਬੜਾ ਜੀ, ਜੋ ਸਵਾਲ ਮੇਰਾ ਤੁਸੀਂ ਸਮਝ ਹੀ ਲਿਆ ਅਤੇ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਮੈਂ ਤਾਂ ਸਭ ਤੋਂ ਪਹਿਲਾਂ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਸ਼ਹੀਦ ਭਗਤ ਸਿੰਘ ਚੜ੍ਹ ਗਿਆ ਫਾਂਸੀ ਆਪਣੇ ਦੇਸ਼ ਲਈ। ਕੀ ਪਤਾ ਸੀ ਉਸ ਦੇ ਜਾਣ ਤੋਂ ਬਾਅਦ ਇਹ ਹਾਲ ਹੋਏਗਾ? ਕਿ ਅਸੀਂ ਸਿਰਫ ਇਸ ਮੁੱਦੇ ਨੂੰ ਸਿਰਫ ਉਹਨਾਂ ਦੀ ਸ਼ਹੀਦੀ 'ਤੇ ਜਾਂ ਜਨਮ ਦਿਨ 'ਤੇ ਹੀ ਯਾਦ ਕਰੀਏ? ਆਪਣੇ ਜਜ਼ਬਾਤਾਂ ਨੂੰ ਦਿਲ ਖੋਲ੍ਹ ਕੇ ਸਮਾਜ ਨਾਲ ਸ਼ੇਅਰ ਕਰੀਏ ਕਿ ਉਹ ਕੀ ਚਾਹੁੰਦੇ ਸੀ, ਕੀ ਅਸੀਂ ਉਹਨਾਂ ਦੀ ਚਾਹਤ ਨੂੰ ਪੂਰਾ ਕਰ ਸਕੇ। ਤਾਂ ਉਸ ਵਾਸਤੇ ਮੈਂ ਤਾਂ ਇਹੀ ਕਹਾਂਗਾ ਕਿ ਸਾਨੂੰ ਮਿਲ ਜੁਲ ਕੇ ਜੋ ਉਹ ਚਾਹੁੰਦੇ ਸੀ ਉਸ ਮੁੱਦੇ ਨੂੰ ਲੈ ਕੇ ਸਮਾਜ ਵਿੱਚ ਫੈਲਾਉਣਾ ਚਾਹੀਦਾ। ਕਰੁਣ ਜੀ, ਇਹੀ ਸਵਾਲ ਤੁਹਾਨੂੰ ਹੈ। ਸਰ, ਮੈਂ ਤਾਂ ਇੰਨਾ ਹੀ ਕਹਾਂਗਾ ਕਿ ਜਿਵੇਂ ਸ਼ਹੀਦ ਭਗਤ ਸਿੰਘ ਦੀ ਥਿੰਕਿੰਗ ਸੀ, ਇਹਦੇ ਨਾਲ ਚੰਗਾ ਉਸ ਨੂੰ ਉਸਦੇ ਬਰਥਡੇ 'ਤੇ ਜਾਂ ਫਿਰ ਉਸਦੀ ਸ਼ਹਾਦਤ 'ਤੇ ਯਾਦ ਕੀਤਾ ਜਾਵੇ। ਜੋ ਉਹਦੀਆਂ ਮਨੋਕਾਮਨਾ ਸੀ, ਜੋ ਉਸਨੇ ਮਨੋਕਾਮਨਾ ਧਾਰ ਕੇ ਇੰਨੇ ਵੱਡੇ ਵੱਡੇ ਕਦਮ ਲਏ, ਉਸ ਨੂੰ ਪੂਰਾ ਕਰਨ 'ਤੇ, ਉਵੇਂ ਦਾ ਸਮਾਜ ਬਣਾਉਣ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਐਜ਼ ਕੰਪੇਅਰ ਟੂ ਕਿ ਸਾਲ ਬਾਅਦ ਉਸ ਨੂੰ ਯਾਦ ਕਰਕੇ ਫਿਰ ਸਾਲ ਇੱਕ ਵਾਸਤੇ ਭੁੱਲ ਜਾਣਾ। ਜਿਵੇਂ ਕਿ ਕੈਮੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿ ਇੱਕ ਸਮਾਜ ਸਿਰਜਣ ਦੀ ਲੋੜ ਹੈ ਜੋ ਭਗਤ ਸਿੰਘ ਦੇ ਸੁਪਨਿਆਂ ਦਾ ਸੀ। ਪਰੰਤੂ ਸਵਾਲ ਹੈ ਛਾਬੜਾ ਜੀ, ਇਹ ਦੱਸੋ ਕਿ ਉਹ ਸੁਪਨੇ ਸਾਕਾਰ ਹੋ ਚੁੱਕੇ ਕਿ ਨਹੀਂ? ਨਹੀਂ, ਮੈਂ ਸਮਝਦਾ ਕਿ ਉਹ ਸੁਪਨੇ ਅਸੀਂ ਨਹੀਂ ਕਰ ਸਕੇ। ਸਾਡੀਆਂ ਹੀ ਕਮਜ਼ੋਰੀਆਂ ਨੇ ਜੋ ਹਲੇ ਤੱਕ 7 ਲੱਖ ਤੋਂ ਜ਼ਿਆਦਾ ਸ਼ਹੀਦੀਆਂ ਦੇਣ ਤੋਂ ਬਾਅਦ ਦੇਸ਼ ਆਜ਼ਾਦ ਹੋਇਆ ਔਰ ਉਹਨਾਂ ਸ਼ਹੀਦਾਂ ਵਿੱਚ ਇੱਕ ਉੱਘਾ ਨਾਮ ਹੈ ਸ਼ਹੀਦ ਭਗਤ ਸਿੰਘ। ਉਹਨਾਂ ਨੇ ਵੀ ਸਾਡੇ ਤੋਂ ਕੀ ਮੰਗਿਆ? ਇੱਕ ਇਹੀ ਜਜ਼ਬਾਤ ਸਾਡੇ ਤੋਂ ਮੰਗੇ ਕਿ ਜੋ ਮੈਂ ਤੁਹਾਨੂੰ ਦੇ ਕੇ ਚੱਲਿਆ ਸਿਰਫ ਉਸ ਨੂੰ ਸੰਭਾਲ ਕੇ ਰੱਖਣਾ। ਕੀ ਤੁਸੀਂ ਖੁਦ ਆਪਣੇ ਆਪ ਨੂੰ ਪੁੱਛ ਸਕਦੇ ਹੋ? ਅਸੀਂ ਖੁਦ ਇਹਦਾ ਜਵਾਬ ਦੇਣ ਲੱਗੇ ਸ਼ਰਮਿੰਦੇ ਹਾਂ ਕਿ ਅਸੀਂ ਉਸ ਚੀਜ਼ ਨੂੰ ਸੰਭਾਲ ਨਹੀਂ ਸਕੇ, ਉਸ ਵਿਰਾਸਤ ਨੂੰ ਦਿਲੋਂ ਨਹੀਂ ਉਹ ਰਿਸਪੈਕਟ ਦੇ ਸਕੇ, ਇੱਜ਼ਤ ਦੇ ਸਕੇ ਜੋ ਸਾਡੇ ਵਾਸਤੇ ਤਿਆਰ ਕਰਕੇ। ਕਰੁਣ ਜੀ, ਇਹ ਬਹੁਤ ਵੱਡੀ ਗੱਲ ਵੀ ਆ ਗਈ ਹੈ ਕਿ ਜੋ ਇਹਨਾਂ ਨੇ ਪਰਮਿੰਦਰ ਜੀ ਨੇ ਮੰਨਿਆ ਕਿ ਉਹ ਸੁਪਨਿਆਂ ਦਾ ਜਿਹੜਾ ਸਾਕਾਰ ਹੋਣਾ ਸੀ ਉਹ ਨਹੀਂ ਹੋ ਸਕਿਆ। ਅਤੇ ਤੁਸੀਂ ਕੀ ਮੰਨਦੇ ਹੋ? ਜੇ ਯੂਥ ਹੋ ਤੁਸੀਂ ਅਤੇ ਕੀ ਸੋਚਦੇ ਹੋ? ਸਹੀ ਕਹਿ ਰਹੇ ਨੇ ਸਰ, ਜੋ ਵੀ ਉਹਨਾਂ ਨੇ ਕਿਹਾ ਬਿਲਕੁਲ ਸੱਚ ਹੈ। ਕੁਝ ਸਾਕਾਰ, ਮੈਂ ਕਹਿੰਦਾ ਕੁਝ ਹੱਦ ਤੱਕ ਵੀ ਨਹੀਂ ਹੋ ਸਕਿਆ, ਬਿਕੋਜ਼ ਅੱਜ ਕੱਲ੍ਹ ਦਾ ਯੂਥ ਹੈ ਜੋ ਉਹ ਅੱਜ ਕੱਲ੍ਹ ਦੀਆਂ ਜੋ ਇਹ ਗੱਲਾਂ ਨੇ, ਟੈਨਸ਼ਨਾਂ ਹੋ ਗਈਆਂ, ਮਤਲਬ ਸਿਸਟਮ ਹੈ, ਸਿਸਟਮ ਦੇ ਵਿੱਚ ਉਲਝ ਕੇ ਰਹਿ ਗਿਆ। ਉਹ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦੇ ਪਾ ਰਿਹਾ ਵੀ ਦੇਸ਼ ਬਾਰੇ ਵੀ ਸੋਚ ਸਕੇ। ਕਹਿ ਸਕਦੇ ਹੋ ਵੀ ਪਹਿਲਾਂ ਐਜੂਕੇਸ਼ਨ ਸਿਸਟਮ ਮਤਲਬ ਕਾਫੀ ਪੜ੍ਹਨ ਤੋਂ ਬਾਅਦ ਵੀ ਕਾਫੀ ਏਜ ਹੋ ਜਾਂਦੀ ਆ, ਉਦੋਂ ਤੱਕ ਆਪਣੇ ਬਾਰੇ ਸੋਚਣ ਜੋਗਾ ਹੀ ਟਾਈਮ ਨਹੀਂ ਛੱਡਿਆ, ਤਾਂ ਫਿਰ ਦੇਸ਼ ਬਾਰੇ ਯੂਥ ਕਿੱਥੋਂ ਸੋਚੇ? ਅਤੇ ਇਹਦੇ 'ਚ ਇੱਕ ਸਵਾਲ ਜਿਹੜਾ ਉੱਭਰ ਕੇ ਆਇਆ, ਭਗਤ ਸਿੰਘ ਦਾ ਕਹਿਣਾ ਸੀ ਕਿ ਮੇਰੀ ਲੜਾਈ ਸ਼ਹਾਦਤ ਤੋਂ ਬਾਅਦ ਵੀ ਨਹੀਂ ਮੁੱਕੇਗੀ, ਕਿਉਂਕਿ ਮੇਰੀ ਲੜਾਈ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਇੱਕ ਮਨੁੱਖ ਦੁਆਰਾ ਦੂਜੇ ਮਨੁੱਖ ਦਾ ਸ਼ੋਸ਼ਣ ਜਾਰੀ ਰਹੇਗਾ। ਇਸ ਟਿੱਪਣੀ 'ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਦੇਖੋ ਬੜੀ ਸਰਲ ਜੀ ਗੱਲ ਦੱਸ ਰਿਹਾ ਹਾਂ ਕਿ ਜਦੋਂ ਉਹ ਪੜ੍ਹ ਰਹੇ ਸਨ ਸਾਕਾ ਜਲਿਆਂਵਾਲਾ ਬਾਗ ਤੋਂ ਅਗਲੇ ਹੀ ਦਿਨ ਉਹਨਾਂ ਦੇ ਦਿਲ ਵਿੱਚ ਇਹ ਹੋ ਗਿਆ ਕਿ ਪੜ੍ਹਾਈਆਂ ਔਰ ਇਹ ਚੀਜ਼ਾਂ ਮੇਰੇ ਲਈ ਇੰਨੇ ਮਹੱਤਵ ਨਹੀਂ ਰੱਖਦੀਆਂ ਜਿੰਨਾ ਮੇਰੇ ਲਈ ਇਸ ਦੇਸ਼ ਦੇ ਲਈ ਕੰਮ ਕਰਨਾ। ਪੜ੍ਹਾਈ ਅਸੀਂ ਆਪਣੇ ਸਮਾਜ ਆਪਣੀ ਤਰੱਕੀ ਵਾਸਤੇ ਕਰਦੇ ਹਾਂ, ਦੇਸ਼ ਵਾਸਤੇ ਕਰਦੇ ਹਾਂ, ਲੇਕਿਨ ਜਦੋਂ ਸਾਡੇ ਉੱਪਰ ਆ ਜਾਂਦੀ ਹੈ ਕਿ ਸਾਨੂੰ ਪਹਿਲ ਕਿਹਨੂੰ ਦੇਣੀ ਹੈ। ਉਹ ਲਾਹੌਰ ਵਿੱਚ ਪੜ੍ਹਦੇ ਹੋਏ 20 ਅਪ੍ਰੈਲ ਜਾਂ ਮੈਨੂੰ ਐਗਜ਼ੈਕਟ ਨਹੀਂ ਪਤਾ, ਉਸ ਡੇਟ 'ਤੇ ਉਹ ਪੜ੍ਹਾਈ ਨੂੰ ਅਲਵਿਦਾ ਕਹਿ ਕੇ ਉਹਨਾਂ ਦੇ ਚਾਚਾ ਜੀ ਉਹਨਾਂ ਨੂੰ ਲੈ ਗਏ ਸਨ ਲਾਹੌਰ ਕਿ ਤੁਸੀਂ
ਇੱਥੋਂ ਪਰੇਸ਼ਾਨ ਹੋ, ਇੱਥੇ ਦੇਸ਼ ਦੇ ਹਾਲਾਤ ਦੇਖਦੇ ਹੋਏ ਉਹਨਾਂ ਨੂੰ ਦੁੱਧ ਦੇ ਬਿਜ਼ਨਸ 'ਚ ਪਾਇਆ ਕਿ ਦੁੱਧ ਵੇਚੋ। ਉਹਨਾਂ ਦੇ ਜਜ਼ਬਾਤਾਂ 'ਤੇ ਕੁਝ ਠੱਲ ਪਾਉਣ ਲਈ ਕਿ ਇਹ ਲੜਕਾ ਕੁਝ ਕਰ ਜਾਏਗਾ, ਲੇਕਿਨ ਉੱਥੇ ਵੀ ਉਹ ਪੜ੍ਹਾਈ ਪੜ੍ਹਾਈ ਛੱਡ ਕੇ ਇਸ ਵਿੱਚ ਉਹਨਾਂ ਨੇ ਆਪਣੀ ਮਸ਼ਾਲ ਨੂੰ ਉਠਾਇਆ ਔਰ ਚੱਲ ਪਏ। ਪੜ੍ਹਾਈ ਤਾਂ ਬਹੁਤ ਜ਼ਰੂਰੀ ਮੁੱਦਾ ਸੀ, ਲੇਕਿਨ ਉਹਨਾਂ ਨੇ ਉਹਦੇ ਨਾਲ ਨਾਲ ਉਹ ਪੜ੍ਹਾਈ 'ਚ ਇੰਟੈਲੀਜੈਂਟ ਸਨ, ਰਾਈਟਰ ਸਨ, ਬਹੁਤ ਅੱਛੇ ਗੀਤ ਲਿਖਦੇ ਸਨ। ਉਹਨਾਂ ਦੇ ਲਿਖੇ ਗੀਤ, ਉਹਨਾਂ ਦੀ ਭੈਣ ਨਾਲ ਉਹਨਾਂ ਦੀ ਵਾਰਤਾ, ਉਹਨਾਂ ਦੀ ਲਿਖੀ ਹੋਈ ਬੁੱਕ ਜੋ ਉਹਨਾਂ ਨੇ ਸੁਖਦੇਵ ਨੂੰ ਦਿੱਤੀ, ਮੈਂ ਨਾਸਤਿਕ ਕਿਉਂ ਹਾਂ, ਇਸ ਤਰ੍ਹਾਂ ਦੇ ਕਈ ਕੀਤੇ ਉਹਨਾਂ ਦੇ ਯਤਨਾਂ ਨੂੰ ਦੇਖ ਕੇ ਅਸੀਂ ਸੋਚਦੇ ਹਾਂ ਅਸੀਂ ਅੱਜ ਵੀ ਨਹੀਂ ਉਹ ਸੋਚ ਸਕੇ ਜੋ ਉਹਨਾਂ ਨੇ ਉਹਨਾਂ ਜ਼ਮਾਨਿਆਂ ਵਿੱਚ ਸੋਚਿਆ। ਤਾਂ ਮੇਰਾ ਖਿਆਲ ਹੈ ਵੀ ਪੜ੍ਹਾਈ ਦੇ ਮੁੱਦੇ ਨੂੰ ਤਾਂ ਅਸੀਂ ਇਹਦੇ ਵਿੱਚ ਬੇਸ਼ੱਕ ਇੱਕ ਛੋਟਾ ਜਿਹਾ ਉਪਰਾਲਾ, ਛੋਟਾ ਜਿਹਾ ਕਦਮ ਲੈ ਕੇ ਚੱਲੀਏ। ਸਾਨੂੰ ਚਾਹੀਦਾ ਯੂਥ ਪੜ੍ਹਾਈ ਦੇ ਨਾਲ ਨਾਲ ਇਸ ਸਬਜੈਕਟ 'ਤੇ ਪੂਰਾ ਧਿਆਨ ਦੇਵੇ ਕਿ ਪੜ੍ਹਾਈ ਔਰ ਦੇਸ਼ ਭਗਤੀ ਵਿੱਚ ਕੀ ਸਾਈਮਲਟੇਨੀਅਸਲੀ ਹੈ, ਕਿਸ ਤਰ੍ਹਾਂ ਇਹਨੂੰ ਨਾਲ ਨਾਲ ਜੋੜ ਕੇ ਚੱਲਣਾ। ਛਾਬੜਾ ਜੀ, ਜਿਹੜਾ ਛਾਬੜਾ ਜੀ ਦਾ ਸਵਾਲ ਬੜਾ ਉੱਭਰ ਕੇ ਆਇਆ ਹੈ ਕਿ ਜੋ ਅੱਜ ਦੇ ਮੌਜੂਦਾ ਐਜੂਕੇਸ਼ਨ ਦੇ ਹਾਲਤ ਨੇ ਕਿਵੇਂ ਨੇ, ਕੀ ਹੋਣਾ ਚਾਹੀਦਾ ਹੈ, ਕਿਵੇਂ ਹੋਣਗੇ ਉਹ ਬਹਾਲ, ਕਿ ਜਿਹੜਾ ਇਹਨਾਂ ਨੇ ਸਵਾਲ ਚੱਕਿਆ, ਤੁਸੀਂ ਕਿੰਨਾ ਮੰਨਦੇ ਹੋ ਕਿ ਐਜੂਕੇਸ਼ਨ ਸਿਸਟਮ ਸਾਡਾ ਕਿੰਨਾ ਇਸ ਟਾਈਮ ਸਕਸੈਸ ਹੋਇਆ? ਸਰ ਐਜੂਕੇਸ਼ਨ ਸਿਸਟਮ ਇਸ ਟਾਈਮ ਪੂਰਾ ਖਰਾਬ ਚੱਲ ਰਿਹਾ। ਪੂਰੇ ਸਮਾਜ ਦੇ ਵਿੱਚ ਇਸ ਟਾਈਮ ਸਿਰਫ ਜਾਤੀਵਾਦ ਦੇ ਤੌਰ ਤੇ ਉੱਪਰ ਸਾਰੀ ਚੀਜ਼ਾਂ ਚੱਲ ਰਹੀਆਂ ਨੇ। ਐਜੂਕੇਸ਼ਨ ਸਿਸਟਮ ਵੀ, ਜੇ ਮੈਂ ਆਪਣੇ ਪੜ੍ਹਾਈ ਦੇ ਟਾਈਮ ਦੀ ਗੱਲ ਕਰਾਂ, ਮਤਲਬ ਜਦੋਂ ਸਟੱਡੀ ਕਰਦਾ ਸੀ, ਕਾਲਜ ਜਾਂਦਾ ਸੀ, ਉੱਥੇ ਸੀ ਜਿਵੇਂ ਮੈਂ ਜਰਨਲ ਆ, ਮੈਨੂੰ ਫੁੱਲ ਫੀਸ ਪੇ ਕਰਨੀ ਪੈਂਦੀ ਸੀ। ਜੇ ਕੋਈ ਐਸਸੀ ਜਾਂ ਫਿਰ ਕੁਝ ਹੋਰ ਜਾਤੀ ਦਾ, ਉਸ ਤੋਂ ਸਿਰਫ ਬਹੁਤ ਘੱਟ ਪੈਸਾ ਲਿਆ ਜਾਂਦਾ ਸੀ, ਜਦ ਕਿ ਉਹਨਾਂ ਦੀ ਫੈਮਿਲੀ ਬੈਕਗਰਾਊਂਡਸ ਬਹੁਤ ਸਟਰੋਂਗ ਸੀ, ਉਹ ਪੇ ਕਰ ਸਕਦੇ ਸੀ। ਜਦ ਕਿ ਮੇਰਾ ਹੋ ਗਿਆ ਜਾਂ ਕੁਝ ਇਹੋ ਜਿਹੇ ਜਰਨਲ ਬੱਚੇ ਸੀ ਕਿ ਉਹਨਾਂ ਦੀ ਫੈਮਿਲੀ ਬੈਕਗਰਾਊਂਡ ਬਹੁਤ ਲੋ ਸੀ, ਉਹ ਪੇ ਨਹੀਂ ਕਰ ਸਕਦੇ ਸੀ। ਸੋ ਜਾਤੀਵਾਦ ਦੇ ਤੌਰ ਤੇ ਐਜੂਕੇਸ਼ਨ ਸਿਸਟਮ ਨਹੀਂ ਵੰਡਣਾ ਚਾਹੀਦਾ। ਇਹ ਕਰ ਸਕਦੀ ਹੈ ਸਰਕਾਰ ਵੀ, ਜਿਹੜੇ ਨਹੀਂ ਪੇ ਕਰ ਸਕਦੇ ਉਹਨਾਂ ਨੂੰ ਵੀ ਫੀਸ ਘਟਾ ਦਿੱਤੀ ਜਾਵੇ, ਪਰ ਇਸ ਤਰ੍ਹਾਂ ਐਸਸੀ ਮਤਲਬ ਜਰਨਲ ਦੇ ਤੌਰ ਤੇ ਭੇਦਭਾਵ ਐਜੂਕੇਸ਼ਨ ਸਿਸਟਮ। ਜੇ ਐਜੂਕੇਸ਼ਨ ਹੀ ਟੋਟਲੀ ਫ੍ਰੀ ਕਰ ਦਿੱਤੀ ਜਾਵੇ ਹਰੇਕ ਬੰਦੇ ਨੂੰ, ਕਿਉਂਕਿ ਭਗਤ ਸਿੰਘ ਦੇ ਜਿਹੜਾ ਸੁਪਨਿਆਂ ਦਾ ਭਾਰਤ ਸੀਗਾ ਉਹਦੇ ਵਿੱਚ ਕੈਮੀ ਭਗਤ ਸਿੰਘ ਨੇ ਸਾਫ਼ ਕਹਿਤਾ ਕਿ ਹਰੇਕ ਨੂੰ ਸਿੱਖਿਆ ਦਾ ਅਧਿਕਾਰ ਮਿਲਣਾ ਚਾਹੀਦਾ। ਇਸ ਬਾਰੇ ਤੇ ਕੀ ਕਨਸੈਪਟ ਹੈ? ਡੈਫੀਨੇਟਲੀ ਸਰ, ਜੇ ਹੋ ਸਕਦਾ ਤੇ ਫ੍ਰੀ ਕਰ ਦੇਣੀ ਚਾਹੀਦੀ ਹੈ, ਜੇ ਇਸ ਸੰਭਵ ਹੈ। ਜੇ ਆਪਣੀ ਜੋ ਸਰਕਾਰ ਹੈ, ਆਪਣੇ ਜੋ ਮਤਲਬ ਸਿਸਟਮ ਹੈ, ਜੋ ਇਸ ਦਾ ਭਾਰ ਝੱਲ ਸਕਦਾ ਵੀ ਐਜੂਕੇਸ਼ਨ ਸਿਸਟਮ ਫ੍ਰੀ ਕਰ ਸਕੇ, ਤਾਂ ਡੈਫੀਨੇਟਲੀ ਹਰੇਕ ਬੱਚੇ ਨੂੰ ਮਤਲਬ ਫ੍ਰੀ ਕਰ ਦੇਣੀ ਚਾਹੀਦੀ ਆ। ਛਾਬੜਾ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਤਾਂ ਬਿਲਕੁਲ ਤੁਹਾਡੇ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ, ਕਿਸੇ ਹੱਦ ਤੱਕ ਨਹੀਂ ਵੀ। ਸਾਡਾ ਫਰਜ਼ ਬਣਦਾ ਹੈ ਐਜੂਕੇਸ਼ਨ ਨੂੰ ਪਹਿਲਾਂ ਡਿਜ਼ਰਵਿੰਗ ਲੈਵਲ 'ਤੇ ਲਈਏ। ਜੋ ਬੱਚਾ ਪੜ੍ਹਨਾ ਚਾਹੁੰਦਾ ਹੈ ਉਸ ਨੂੰ ਸਪੋਰਟ ਦਿੱਤੀ ਜਾਣੀ ਚਾਹੀਦੀ ਹੈ, ਚਾਹੇ ਉਹ ਕਿਸੇ ਕੈਟੇਗਰੀ 'ਚ ਹੈ, ਬੇਸ਼ੱਕ ਉਹ ਜਨਰਲ 'ਚ ਹੈ ਜਾਂ ਐਸਸੀ 'ਚ ਹੈ, ਕਿਸੇ ਵਿੱਚ ਵੀ ਹੈ, ਉਸ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਤਾਂ ਐਜੂਕੇਸ਼ਨ ਦੇ ਅਸੀਂ, ਔਰ ਸਾਨੂੰ ਚਾਹੀਦਾ ਹੈ, ਜੇ ਅਸੀਂ ਸਮਾਜ ਸੇਵਕ ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਬੱਚਾ ਪੜ੍ਹੇ ਜਿਸ ਨੂੰ ਗੌਰਮੈਂਟ ਦੀ ਮਦਦ, ਅਸੀਂ ਵੀ ਮਦਦ ਕਰ ਸਕੀਏ। ਅਸੀਂ ਮਿਲ ਜੁਲ ਕੇ, ਅਸੀਂ ਤਾਂ ਤਦ ਹੀ ਉਹਨਾਂ ਦੇ ਸੁਪਨੇ ਸਾਕਾਰ ਕਰਾਂਗੇ ਜੇ ਆਪਣੇ ਤੋਂ ਸੋਚ, ਪਹਿਲ ਆਪਣੇ ਤੋਂ ਲਗਾਵਾਂਗੇ। ਸਵਾਲ ਸੀਗਾ ਬਹੁਤ ਤੁਹਾਡੇ ਦੇ ਬਿਲਕੁਲ ਉਲਟ ਜਾ ਰਿਹਾ, ਪਰ ਕੀ ਸੋਚਦੇ ਹੋ ਕਿ ਜੇ ਜਿਵੇਂ ਅੱਜ ਕੱਲ੍ਹ ਦੀ ਐਜੂਕੇਸ਼ਨ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਕੋਈ ਵੀ ਐਜੂਕੇਸ਼ਨ ਨਰਸਰੀ ਵੀ ਪੜ੍ਹਾਉਣਾ ਮੁਸ਼ਕਿਲ ਹੋ ਗਿਆ, ਤੁਹਾਨੂੰ ਕੀ ਲੱਗਦਾ? ਸਰ ਮੈਂ ਕਹੂੰਗਾ ਵੀ ਕਿਹੜਾ ਬੱਚਾ ਜਿਹੜਾ ਪੜ੍ਹਨਾ ਨਹੀਂ ਚਾਹੂਗਾ? ਜਿਹੜਾ ਨਹੀਂ ਪੜ੍ਹਦਾ ਉਹ ਜਾਂ ਤਾਂ ਉਹਦੀ ਮਤਲਬ ਮਜਬੂਰੀਆਂ ਹੁੰਦੀਆਂ ਨੇ, ਜਾਂ ਕੋਈ ਮਤਲਬ ਉਹਨਾਂ ਦਾ ਬੈਕਗਰਾਊਂਡ ਇਹੋ ਜਿਹਾ ਹੁੰਦਾ ਵੀ ਉਹ ਗਲਤ ਸੰਗਤ 'ਚ ਪੈ ਜਾਂਦਾ ਹੈ। ਬਾਕੀ ਹਰੇਕ ਬੱਚਾ ਅੱਜ ਕੱਲ੍ਹ ਪੜ੍ਹਨ ਦੇ ਵਿੱਚ ਮਤਲਬ ਇੰਟਰਸਟਿਡ ਹੁੰਦਾ ਹੈ। ਕੋਈ ਹੋ ਸਕਦਾ ਵੀ 100 ਦੇ ਵਿੱਚੋਂ 2, 4 ਜਾਂ 10 ਜਿਹੜੇ ਮਤਲਬ ਜਿਨ੍ਹਾਂ ਦਾ ਦਿਮਾਗ ਉੱਧਰ ਨਹੀਂ ਜਾਂਦਾ, ਉਹਨਾਂ ਦਾ ਦਿਮਾਗ, ਪਰ ਉਹਨਾਂ ਦਾ ਦਿਮਾਗ ਵੀ ਕਿਸੇ ਨਾ ਕਿਸੇ ਚੀਜ਼ ਵੱਲ ਜਾਂਦਾ ਹੈ। ਅੱਜ ਕੱਲ੍ਹ ਜਿਹੜੀ ਭੂਮਿਕਾ ਹੈ, ਜਿਹੜੀ ਮਹਿੰਗੀ ਐਜੂਕੇਸ਼ਨ ਹੈ, ਉਹਦੇ ਬਾਰੇ ਕੀ ਸੋਚਦੇ? ਸਰ ਮਹਿੰਗੀ ਐਜੂਕੇਸ਼ਨ ਸਰ ਮਤਲਬ ਕਾਫੀ ਫਰਕ ਪਾਉਂਦੀ ਹੈ ਸਰ ਆਪਣੇ ਮਤਲਬ ਸਿਸਟਮ ਦੇ ਵਿੱਚ। ਮਤਲਬ ਕਾਫੀ ਬੱਚੇ ਜੋ ਪੜ੍ਹ ਨਹੀਂ ਪਾਉਂਦੇ, ਜ਼ਰੂਰੀ ਨਹੀਂ ਮਤਲਬ ਐਵੇਂ ਹੁੰਦਾ ਵੀ ਬੱਚੇ ਨੂੰ ਪੜ੍ਹਾਇਆ ਜਾਂਦਾ ਹੈ, ਜਿਹੜੇ ਸਬਜੈਕਟ ਪੜ੍ਹਾਏ ਜਾਂਦੇ ਨੇ ਉਸ 'ਚ ਇੰਟਰਸਟ ਨਹੀਂ ਹੁੰਦਾ ਉਹਨਾਂ ਦਾ। ਪਰ ਤੁਸੀਂ ਕੀ ਕਹਿੰਦੇ? ਮੈਂ ਬਿਲਕੁਲ ਖਿਲਾਫ ਹਾਂ। ਅੱਜ ਯੂਥ ਦੇ ਵਿੱਚ ਖੁਦ ਜਾਗ੍ਰਿਤੀ ਦੀ ਕਮੀ ਹੈ, ਉਹ ਖੁਦ ਧਿਆਨ ਨਹੀਂ ਦਿੰਦੇ। ਬੁਰਾ ਨਾ ਮਨਾਣਾ, ਇਹ ਬਿਲਕੁਲ ਜ਼ਰੂਰੀ ਚੀਜ਼ ਹੈ ਕਿ ਯੂਥ ਦਾ ਧਿਆਨ ਹੀ ਪਲਟ ਗਿਆ ਹੈ। ਦੇਸ਼ ਭਗਤੀ ਦੀਆਂ ਗੱਲਾਂ ਤੋਂ ਬਹੁਤ ਦੂਰ, ਉਹ ਆਪਣੇ ਬਾਰੇ ਵੀ ਸਹੀ ਨਹੀਂ ਸੋਚ ਪਾ ਰਹੇ, ਆਪਣੇ ਪੇਰੈਂਟਸ ਬਾਰੇ, ਮਾਤਾ ਪਿਤਾ ਬਾਰੇ। ਛਾਬੜਾ ਸਾਹਿਬ, ਮੈਂ ਤੁਹਾਨੂੰ ਇੱਥੇ ਗੱਲ ਕੱਟਣਾ ਚਾਹੂੰਗਾ ਕਿਉਂਕਿ ਦੇਖੋ ਗੱਲ ਸੁਣੋ, ਜਿਵੇਂ ਐਜੂਕੇਸ਼ਨ ਦਾ ਵਪਾਰ ਹੋ ਰਿਹਾ ਹੈ ਹਿੰਦੁਸਤਾਨ 'ਚ, ਐਜੂਕੇਸ਼ਨ ਜਿਹੜੀ ਸਹੀ ਦੇਣੀ ਚਾਹੀਦੀ ਹੈ ਨਹੀਂ ਦਿੱਤੀ ਜਾ ਰਹੀ, ਫਿਰ ਵੀ ਤੁਸੀਂ ਕਹਿੰਦੇ ਹੋ ਕਿ ਉਹਦੇ ਵਾਸਤੇ ਵਿਦਿਆਰਥੀ ਚੁਣੇ, ਕੀ ਗਲਤ ਨਹੀਂ ਹੈਗਾ? ਨਹੀਂ, ਬਾਕੀਆਂ ਨਾਲ ਇਹਦੇ ਨਾਲ ਮਤਲਬ ਦੇਖੋ ਤੁਹਾਡੇ ਕੋਲ ਜਿਹੜੇ ਸੰਖਿਆ ਆਉਂਦੀ ਹੈ, ਤੁਹਾਡੇ ਕੋਲ ਹੈਲਪਿੰਗ ਹੈਂਡ ਲਈ ਵੀ ਆਉਂਦੇ ਨੇ, ਕਿੰਨੇ ਝੁੱਗੀ ਝੌਂਪੜੀਆਂ ਵਾਲੇ ਆਉਂਦੇ ਨੇ,
ਰਹਿ ਜਾਂਦੇ ਨੇ, ਪਰ ਉਹਨਾਂ ਦੀ ਯੋਗਤਾ ਤੇ ਜੇ ਸਰਕਾਰ ਮੁਫਤ ਕਰਦੀ ਹੈ ਤਾਂ ਕੋਈ ਖਤਰਾ ਨਹੀਂ ਦੇਖੋ, ਜਿਨ੍ਹਾਂ ਵਿੱਚ ਟੈਲੈਂਟ ਹੈ ਉਹਨਾਂ ਨੂੰ ਬੜੀ ਸਪੋਰਟ ਮਿਲਦੀ ਹੈ ਸਰਕਾਰ ਵੱਲੋਂ। ਮੈਂ ਬਿਲਕੁਲ ਇਹ ਕਹਿਣਾ ਚਾਹਾਂਗਾ, ਕਿਧਰੇ ਸਰਕਾਰ ਦੀਆਂ ਕਮੀਆਂ ਵੀ ਨੇ, ਲੇਕਿਨ ਮੇਨ ਵੱਡੀਆਂ ਕਮੀਆਂ ਸਾਡੇ ਵਿੱਚ ਨੇ। ਪਰੰਤੂ ਇੱਕ ਜਿਹੜਾ ਅੰਕੜਾ ਹੈ ਹਿੰਦੁਸਤਾਨ ਦਾ ਕਿ ਸਰਕਾਰਾਂ ਸਿਰਫ ਇਹਦੇ ਵਪਾਰ ਥੱਲੇ ਹੀ, ਐਜੂਕੇਸ਼ਨ ਦੇ ਵਪਾਰ ਥੱਲੇ ਹੀ ਦਬ ਕੇ ਰਹਿ ਗਈਆਂ, ਤੁਸੀਂ ਕਹਿਣਾ ਚਾਹੁੰਦੇ ਹੋ? ਇਹੀ ਚੀਜ਼ਾਂ ਤਾਂ ਸਾਨੂੰ ਖਲਦੀਆਂ ਨੇ। ਸਮਾਜ ਦਾ ਹਰ ਪਹਿਲੂ, ਚਾਹੇ ਉਹ ਸਰਕਾਰਾਂ ਤੇ ਲੱਗਦਾ, ਚਾਹੇ ਪੂੰਜੀਪਤੀਆਂ ਤੇ ਲੱਗਦਾ, ਉਹ ਸਿਰਫ ਆਪਣਾ ਹੀ ਫਾਇਦਾ ਸੋਚਦੇ ਹੋਏ। ਨਹੀਂ, ਮੈਂ ਤੁਹਾਡੀ ਉਹ ਗੱਲ ਤੇ ਗੱਲ ਕਰਾਂ, ਜੇ ਸਾਰਿਆਂ ਨੂੰ ਮੌਕਾ ਫ੍ਰੀ ਦਾ ਹੀ ਮਿਲ ਜੇ ਤਾਂ ਕੀ ਇਹਦੇ 'ਚ ਘਾਟਾ ਕੀ ਹੈ? ਨਹੀਂ, ਇਹ ਕੋਈ ਕੌਣ ਨਹੀਂ ਚਾਹੇਗਾ ਫ੍ਰੀ ਦਾ ਮਿਲੇ, ਲੇਕਿਨ ਕੀ ਅਸੀਂ ਆਪਣਾ ਫਰਜ਼ ਨਿਭਾਉਂਦੇ ਹਾਂ? ਅਸੀਂ ਹੱਕ ਵਾਸਤੇ ਹੀ ਗੱਲ ਕਰਦੇ ਹਾਂ, ਆਪਣੇ ਫਰਜ਼ਾਂ ਨੂੰ ਵੀ ਤਾਂ ਯਾਦ ਕਰੀਏ ਨਾ। ਸਰਕਾਰ ਪ੍ਰਤੀ, ਸਰਕਾਰ ਕੋਲ ਕੋਈ ਫੰਡਸ ਨਹੀਂ ਹੋਣਗੇ ਤਾਂ ਕਿੱਥੋਂ ਭਰਾਈਏ? ਸਰਕਾਰਾਂ ਨੂੰ ਅਸੀਂ ਬਾਕੀ ਜਿਹੜੇ ਡਿਵੈਲਪਿੰਗ ਕੰਟਰੀ ਨੇ ਉਹ ਕੀ ਕਰਦੀਆਂ ਨੇ, ਤੁਹਾਡੇ ਤੋਂ ਫੀਸਾਂ ਦਾ ਪਹਿਲਾਂ ਹੀ ਚਾਰਜ ਲੈ ਲੈਂਦੇ, ਤੁਹਾਡੇ ਟੈਕਸੀ ਇੰਨੇ ਕਰਦੇ ਨੇ, ਤੁਹਾਡਾ ਬੁਢਾਪਾ ਤੇ ਬਚਪਨ ਸਿਕਿਉਰ ਕਰਦੀਆਂ ਨੇ, ਪਰੰਤੂ ਹਿੰਦੁਸਤਾਨ ਤਾਂ ਇਹ ਨਹੀਂ ਨਾ। ਨਹੀਂ ਤੇ ਫਿਰ ਸਿਸਟਮ ਨੂੰ ਤਾਂ ਬਦਲਣਾ ਹੀ ਪਏਗਾ ਨਾ, ਮਿਲ ਜੁਲ ਕੇ ਬਦਲਾਂਗੇ। ਹਾਂਜੀ, ਸਰ ਮੈਂ ਕੁਝ ਕਹਿਣਾ ਚਾਹੂੰਗਾ ਕਿ ਜਿਵੇਂ ਸਰ ਨੇ ਕਿਹਾ ਵੀ ਟੈਲੈਂਟਡ ਬੱਚੇ ਨੂੰ ਪਹਿਲ ਦੇਣੀ ਚਾਹੀਦੀ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ। ਸਰ ਇਹੀ ਸੀ ਸਰ, ਜਿਹੜਾ ਬੱਚਾ ਸਮਝ ਲਓ ਥੋੜੇ ਗਲਤ ਰਸਤੇ 'ਚ ਗਿਆ ਹੋਇਆ ਹੈ, ਕਿ ਉਸ ਨੂੰ ਐਜੂਕੇਸ਼ਨ ਨਹੀਂ ਮਿਲਣੀ ਚਾਹੀਦੀ, ਕਿ ਉਹ ਐਜੂਕੇਸ਼ਨ ਇੱਕ ਹੀ ਚੀਜ਼ ਆ। ਮੈਂ ਕਹਿੰਦਾ ਇਸ ਦੇ ਟਾਈਮ ਦੇ ਵਿੱਚ ਅੱਜ ਕੱਲ੍ਹ ਮਾਂ ਪਿਓ ਵੀ ਨਹੀਂ ਜਿੰਨਾ ਸਮਝਾ ਪਾਉਂਦੇ ਜਿੰਨੀ ਐਜੂਕੇਸ਼ਨ ਸਮਝਾ ਪਾਉਂਦੀ ਹੈ। ਇੱਕ ਬੱਚਾ ਜੋ ਟੈਲੈਂਟਡ ਨਹੀਂ ਹੈ, ਜੋ ਮਤਲਬ ਕਿਸੇ ਚੀਜ਼ ਦੇ ਵਿੱਚ ਵਧੀਆ ਨਹੀਂ ਹੈ, ਕੀ ਉਹ ਐਜੂਕੇਸ਼ਨ ਦੇ ਰਾਹੀਂ ਮਤਲਬ ਫਿਰ ਉਹ ਤਾਂ ਫਿਰ ਗਲਤ ਰਸਤੇ ਮਤਲਬ ਜਾਊਗਾ। ਵੀ ਜੇ ਹੁਣ ਮੈਂ ਸਮਝ ਲਓ ਵੀ ਅੱਜ ਥੋੜ੍ਹਾ ਜਿਹਾ ਵਿਗੜ ਗਿਆ, ਤੇ ਜੇ ਮੇਰੇ ਕੋ ਸਿਸਟਮ ਮੇਰੇ ਤੋਂ ਐਜੂਕੇਸ਼ਨ ਹੀ ਖੋਲੇਗਾ, ਤੇ ਫਿਰ ਤਾਂ ਮੈਂ ਪੂਰਾ ਹੀ ਗਲਤ ਵੱਲ ਜਾਊਂਗਾ। ਫਿਰ ਮੈਂ ਕਰਨ ਨੇ ਬਹੁਤ ਵਧੀਆ ਗੱਲ ਰੱਖੀ ਹੈ ਕਿ ਕਿਉਂਕਿ ਭਗਤ ਸਿੰਘ ਦਾ ਵੀ ਇਹੀ ਕਹਿਣਾ ਸੀ, ਹਥਿਆਰ ਦੀ ਬਜਾਏ ਤੁਹਾਡੇ ਹੱਥ 'ਚ ਕਿਤਾਬ ਹੋਣੀ ਚਾਹੀਦੀ ਹੈ, ਯੋਗਤਾ ਹੋਣੀ ਚਾਹੀਦੀ ਹੈ। ਅਤੇ ਛਾਬੜਾ ਸਾਹਿਬ ਇੱਥੇ ਫਿਰ ਵੀ ਤੁਹਾਡੇ 'ਚ ਕੁਛ ਨਾ ਕੁਛ ਕੰਟਰਾਵਰਸੀ ਹੈਗੀ ਹੈ ਕਿ ਤੁਸੀਂ ਕਿਤੇ ਨਾ ਕਿਤੇ ਭਗਤ ਸਿੰਘ ਦੇ ਉਹਨਾਂ ਜਿਹੜੇ ਸਵਾਲ ਨੇ, ਜੋ ਉਹਨਾਂ ਨੇ ਅਧਿਕਾਰ ਦੀ ਗੱਲ ਕੀਤੀ, ਮੈਂ ਉਹਨਾਂ ਦੀ ਗੱਲ ਨੂੰ ਹੀ ਮੁੱਖ ਰੱਖ ਕੇ ਗੱਲ ਕਰ ਰਿਹਾ ਕਿ ਅਸੀਂ ਕੋਸ਼ਿਸ਼ ਤਾਂ ਕਰੀਏ, ਅਸੀਂ ਪਹਿਲਾਂ ਆਪਣੇ ਆਪ ਨੂੰ, ਜੇ ਸਾਡੇ 'ਚ ਇੰਨੀ ਜਾਗ੍ਰਿਤੀ ਹੈ ਕਿ ਅਸੀਂ ਐਜੂਕੇਸ਼ਨ ਲੈਣੀ ਹੈ। ਇੱਕ ਟੈਲੈਂਟਡ ਬੱਚਾ ਤਾਂ ਸਭ ਕੁਝ ਛੱਡ ਕੇ ਭੁੱਲ ਕੇ ਆਪਣੀ ਪੜ੍ਹਾਈ ਵਿੱਚ ਲੱਗ ਜਾਂਦਾ ਹੈ। ਜੋ ਬੱਚੇ ਥੋੜ੍ਹਾ ਆਪਣੇ ਰਾਹ ਤੋਂ ਭਟਕੇ, ਜਿਸ ਤਰ੍ਹਾਂ ਕਰਨ ਜੀ ਨੇ ਕਿਹਾ ਹੈ ਕਿ ਅਸੀਂ ਪਹਿਲਾਂ ਆਪਣੇ ਤੋਂ ਸ਼ੁਰੂਆਤ ਕਰੀਏ, ਫਿਰ ਆਪਣੇ ਸਾਥੀਆਂ ਨੂੰ ਨਾਲ ਜੋੜੀਏ। ਇਸ ਤਰ੍ਹਾਂ ਹੀ ਚੱਲੇਗਾ। ਜੇ ਅਸੀਂ ਸਿਰਫ ਸਰਕਾਰਾਂ ਦੇ ਮੂੰਹ ਵੱਲ ਦੇਖਦੇ ਰਹੇ, ਸਰਕਾਰਾਂ ਦੇ ਵੱਲ ਦੇਖ ਕੇ ਸਾਡਾ ਗੁਜ਼ਾਰਾ ਨਹੀਂ ਹੋਣਾ। ਲੋੜ ਤਾਂ ਸਰਕਾਰ ਦੀ ਤਬਦੀਲੀ ਦੀ ਹੈ ਨਾ, ਕਿਉਂਕਿ ਜੋ ਕਰਨਾ ਹੈ ਸਰਕਾਰ ਨੇ ਕਰਨਾ ਹੈ। ਨਾ NGO ਕਰ ਸਕਦੀ ਹੈ, ਨਾ ਉਹ ਕੁਝ ਕਰ ਸਕਦੇ। NGO ਤਾਂ ਸਿਰਫ ਥੋੜ੍ਹੇ ਤੱਕ ਜਾ ਸਕਦੀ ਹੈ। ਪਰ ਜੇ ਭਗਤ ਸਿੰਘ ਨੇ NGO ਬਾਰੇ ਵੀ ਇੱਕ ਬਹੁਤ ਸਪਸ਼ਟ ਗੱਲ ਕੀਤੀ ਸੀ, ਕਹਿੰਦਾ ਜਿਹੜੀਆਂ NGO ਵੀ ਨੇ, ਜਿਵੇਂ ਧਰਮ ਇੱਕ ਅਫੀਮ ਹੈ, NGO ਵੀ ਅਫੀਮ ਦਾ ਕੰਮ ਕਰਦੀਆਂ, ਜੋ ਸਰਕਾਰ ਦੇ ਫਰਜ਼ ਨੂੰ ਨਗਲੈਕਟ ਕਰਨ ਦੀ ਕੋਸ਼ਿਸ਼ ਕਰਦੀਆਂ। ਨਹੀਂ, ਇੱਥੇ ਮੈਂ ਕਹਾਂਗਾ ਉਹਨਾਂ ਨੇ ਆਪਣੇ ਟਾਈਮ ਨਾਲ, ਆਪਣੇ ਹਿਸਾਬ ਨਾਲ ਸਹੀ ਕਿਹਾ ਸੀ, ਲੇਕਿਨ ਉਹਨਾਂ ਨੇ ਦੇਖੋ ਗੱਲ ਸੁਣੋ, ਉਹਨਾਂ ਨੇ ਕਿਹਾ ਸੀ ਸਰਕਾਰ ਆਪਣਾ ਦਾਇਿਤਵ ਖੁਦ ਨਿਭਾਏ। ਬਿਲਕੁਲ ਉਹਦੇ ਵਿੱਚ ਕਿਤੇ ਨਾ ਕਿਤੇ ਅੜਚਨ ਪੈਦਾ ਕਰਦੀਆਂ ਨੇ। ਬਿਲਕੁਲ ਜੀ, ਉਸ ਸਮੇਂ ਦੀਆਂ ਸਰਕਾਰਾਂ ਤੇ ਸਾਨੂੰ ਬਹੁਤ ਸ਼ਿਕਾਇਤਾਂ ਸਨ। ਅੱਜ ਦੀ ਤਾਰੀਖ ਵਿੱਚ ਸਰਕਾਰਾਂ ਦੀਆਂ ਮਜਬੂਰੀਆਂ ਵੀ ਆ ਬਣ ਚੁੱਕੀਆਂ ਹਨ। ਮੈਂ ਤਾਂ ਇੱਕੋ ਘੁੰਮ ਕੇ ਗੱਲ ਕਹਾਂਗਾ ਕਿ ਸਾਨੂੰ ਪਹਿਲੇ ਆਪਣੇ ਫਰਜ਼ ਨਿਭਾਉਣੇ ਪੈਣਗੇ। ਸਰਕਾਰਾਂ ਤੋਂ ਸਾਨੂੰ ਐਕਸਪੈਕਟ ਉਦੋਂ ਹੀ ਕਰ ਸਕਦੇ ਜਦੋਂ ਅਸੀਂ ਆਪਣੇ ਆਪ 'ਚ ਪਰਿਪੂਰਨ ਹੋਵਾਂਗੇ। ਸਰ ਜੇ ਤੁਸੀਂ ਪਰਿਪੂਰਨ ਨਹੀਂ ਹੋ ਸਕਦੇ, ਮਤਲਬ ਫਿਰ ਤਾਂ ਕੋਸ਼ਿਸ਼ ਤਾਂ ਕਰ ਸਕਦੇ ਹਾਂ ਜੀ। ਨਹੀਂ, ਕੋਸ਼ਿਸ਼ ਵੀ ਜ਼ਰੂਰੀ ਹੈ, ਪਰੰਤੂ ਜਿੱਥੇ ਪੋਜੀਸ਼ਨ ਖੜੀ ਹੈ, ਜੇ ਸਰਕਾਰ ਦੇ ਢਾਂਚਾ ਹੀ ਵਿਗਾੜਦਾ। ਐਗਜ਼ੈਕਟਲੀ ਇਜ਼ ਐਜੂਕੇਸ਼ਨ ਕੀ ਹੈ? ਐਜੂਕੇਸ਼ਨ ਸਿਰਫ ਕਿਤਾਬਾਂ ਨੂੰ ਪੜ੍ਹਨਾ ਹੀ ਨਹੀਂ, ਸਾਨੂੰ ਸੁਸਾਇਟੀ ਨੂੰ ਪੜ੍ਹਨਾ, ਸੁਸਾਇਟੀ ਦੀਆਂ ਜ਼ਰੂਰਤਾਂ ਨੂੰ ਪੜ੍ਹਨਾ, ਸਮਾਜ ਦੀਆਂ ਜ਼ਰੂਰਤਾਂ ਨੂੰ ਪੜ੍ਹਨਾ, ਉਹਨਾਂ ਦਾ ਹੱਲ ਕੱਢਣਾ, ਇਹ ਐਜੂਕੇਸ਼ਨ ਹੈ। ਤੁਸੀਂ ਆਪਣੇ ਚੈਨਲ ਰਾਹੀਂ ਇੱਕ ਪਬਲਿਕ ਨੂੰ, ਸੰਸਾਰ ਨੂੰ, ਦੁਨੀਆ ਨੂੰ, ਸਭ ਨੂੰ ਇਹ ਐਜੂਕੇਟ ਕਰਨਾ ਚਾਹੁੰਦੇ ਹੋ ਕਿ ਜੋ ਚੀਜ਼ਾਂ ਛੁਪੀਆਂ ਹੋਈਆਂ ਨੇ ਉਹਨਾਂ ਨੂੰ ਕਿਸ ਤਰ੍ਹਾਂ ਸਾਹਮਣੇ ਲਿਆਤਾ। ਛਾਬੜਾ ਸਾਹਿਬ ਨੇ ਬਹੁਤ ਸੋਹਣੀ ਗੱਲ ਰੱਖੀ ਹੈ ਕਿ ਸਕਿੱਲ ਨਹੀਂ, ਐਜੂਕੇਸ਼ਨ ਕਰੈਕਟਰ ਪੈਦਾ ਕਰਨ ਵਾਸਤੇ ਹੋਣੀ ਚਾਹੀਦੀ ਹੈ। ਇਹ ਸਵਾਲ 'ਤੇ ਜਿਹੜੇ ਛਾਬੜਾ ਜੀ ਨੇ ਸਵਾਲ ਚੱਕਿਆ ਹੈ ਕਿ ਜਿਹੜੀ ਐਜੂਕੇਸ਼ਨ ਹੈ ਸਿਰਫ ਕਰੈਕਟਰ ਪੈਦਾ ਕਰਨ ਵਾਸਤੇ ਜ਼ਰੂਰੀ ਹੈ, ਤੁਸੀਂ ਕੀ ਮੰਨਦੇ? ਸਰ ਉਹਨਾਂ ਦੀ ਗੱਲਾਂ ਮੈਨੂੰ ਕਾਫੀ ਹੱਦ ਤੱਕ ਬਹੁਤ ਸਹੀ ਲੱਗ ਰਹੀਆਂ ਨੇ, ਪਰ ਇੱਕ ਚੀਜ਼ ਤਾਂ ਮੈਂ ਫਿਰ ਵੀ ਬੋਲਾਂਗਾ ਕਿ ਇੱਕ ਬੰਦਾ ਜੋ ਗਲਤ ਰਾਹ 'ਤੇ ਜਾ ਰਿਹਾ ਹੈ, ਡੈਫੀਨੇਟਲੀ ਉਹ ਪੜ੍ਹਨਾ ਨਹੀਂ ਚਾਹੂਗਾ, ਨਹੀਂ ਪੜ੍ਹਨਾ ਚਾਹੂਗਾ। ਆਪਾਂ ਨੂੰ ਹੀ ਉਹਨੂੰ ਐਜੂਕੇਟ ਕਰਨਾ ਪੈਣਾ ਹੈ। ਸਰਕਾਰ ਕਰੇਗੀ ਐਜੂਕੇਟ ਜਾਂ ਉਹਦੇ ਪੇਰੈਂਟਸ ਕਰਨਗੇ। ਹੁਣ ਮੈਨੂੰ ਤਾਂ ਨਹੀਂ ਪਤਾ, ਜਿਵੇਂ ਮੈਂ ਅੱਜ ਇੱਥੇ ਬੈਠਾ, ਵੀ ਕੌਣ ਹੈ ਗਲਤ ਰਾਹ 'ਤੇ ਜਾ ਰਿਹਾ, ਕੌਣ ਨਹੀਂ, ਦੋ ਹੀ ਜਾਣੇ ਨੂੰ ਪਤਾ ਹੁੰਦਾ ਹੈ। ਜਾਂ ਤਾਂ ਸਰਕਾਰ ਦੇਖ ਰਹੀ ਹੈ, ਨਿਗਾਹ ਰੱਖ ਰਹੀ ਹੈ ਆਪਣੇ 'ਤੇ, ਆਮ ਜਨਤਾ 'ਤੇ, ਜਾਂ ਰੱਖ ਰਹੇ ਪੇਰੈਂਟਸ। ਇਹਨਾਂ ਦੋਨਾਂ ਦੀ ਰਿਸਪੌਂਸਿਬਿਲਟੀ ਬਣਦੀ ਹੈ। ਸਰਕਾਰ ਦਾ ਫਿਰ ਵੀ ਹੱਕ ਬਣਦਾ ਹੈ। ਸਰਕਾਰ ਇਸ ਟਾਈਮ 'ਤੇ ਕਾਫੀ ਗਲਤ ਐਜੂਕੇਸ਼ਨ ਸਿਸਟਮ 'ਤੇ ਕਾਫੀ ਨੈਗੇਟਿਵ ਚੱਲ ਰਹੀ ਹੈ, ਮੈਂ ਮੰਨ ਰਿਹਾ ਵਾਂ। ਬਟ ਹਾਂ, ਟੈਲੈਂਟਡ ਬੱਚੇ ਨੂੰ ਦੇਣੀ ਚਾਹੀਦੀ ਹੈ ਪਹਿਲ। ਪਰ ਐਜੂਕੇਸ਼ਨ ਜ਼ਰੂਰੀ ਨਹੀਂ ਵੀ ਇੱਕ ਟੈਲੈਂਟਡ ਬੱਚਾ ਹੈ ਉਸ ਨੂੰ ਆਪਣਾ ਗੋਲ ਪਤਾ ਚੱਲ ਗਿਆ ਵੀ ਉਸ ਦਾ ਇੰਟਰਸਟ ਇਸ ਚੀਜ਼ 'ਚ ਹੈ। ਜਿਹੜਾ ਦੂਸਰਾ ਬੱਚਾ ਹੁੰਦਾ, ਜ਼ਰੂਰੀ ਨਹੀਂ ਉਹਦਾ ਇੰਟਰਸਟ ਕੀ ਪਤਾ ਦੂਸਰੀ ਚੀਜ਼ 'ਚ ਹੋਵੇ, ਕੀ ਪਤਾ ਉਹ ਐਜੂਕੇਸ਼ਨ ਦੇ ਵਿੱਚ, ਉਸ ਦੇ ਵਿੱਚ ਮਤਲਬ ਅੱਜ ਦੇ ਸਮਾਜ ਦੇ ਵਿੱਚ ਉਸ ਨੂੰ ਪਹਿਲ ਹੀ ਨਾ ਦਿੱਤੀ ਜਾਂਦੀ ਵੀ ਹੋਵੇ।
ਹੁਣ ਮੇਰਾ ਇੰਟਰਸਟ ਜਿਵੇਂ ਕੰਪਿਊਟਰਸ ਦੇ ਵਿੱਚ ਹੈ, ਮੈਨੂੰ ਪਤਾ ਹੈ, ਮੈਂ ਆਪਣੇ ਕੰਪਿਊਟਰਸ ਦੇ ਰਿਲੇਟਡ ਕਾਫੀ ਇੰਟਰਸਟਿਡ ਹੈ। ਕੁਝ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਕਿਉਂ? ਕਿਉਂਕਿ ਉਹਦੇ ਆਸ-ਪਾਸ ਦੇ ਵਿੱਚ ਹੁੰਦੀਆਂ ਹੀ ਨਹੀਂ ਉਹ ਚੀਜ਼ਾਂ। ਸੋ ਇਸ ਕਰਕੇ ਸਰ ਕਹਿ ਰਿਹਾ ਵਾਂ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਐਜੂਕੇਸ਼ਨ ਸਿਸਟਮ ਥੋੜਾ ਚੇਂਜ ਕਰਨਾ ਚਾਹੀਦਾ। ਕਾਫੀ ਸਿਸਟਮ ਮਤਲਬ ਬੰਦੇ ਦਾ ਦਿਮਾਗ ਕਾਫੀ ਗਰੋ ਕਰ ਚੁੱਕਾ ਹੁੰਦਾ, 12th ਤੱਕ ਸਿਰਫ ਥਿਓਰੈਟੀਕਲ ਚੀਜ਼ਾਂ ਨੇ ਸਰ। ਕਰਨ ਨੇ ਬਹੁਤ ਵਧੀਆ ਗੱਲ ਰੱਖੀ ਹੈ ਤੇ ਛਾਬੜਾ ਸਾਹਿਬ ਨੇ ਵੀ ਗੱਲ ਰੱਖੀ ਹੈ। ਜੇ ਸਮਾਜ ਨੂੰ ਬਦਲਣਾ ਹੈ ਤਾਂ ਸਾਨੂੰ ਜਾਗਰੂਕ ਹੋਣਾ ਪਏਗਾ, ਜਾਗਰੂਕ ਦੇ ਨਾਲ ਨਾਲ ਸਾਨੂੰ ਸਿੱਖਿਅਤ ਵੀ ਹੋਣਾ ਪਵੇਗਾ। ਸਿੱਖਿਅਤ ਹੋਣ ਪਿੱਛੇ ਵੀ ਸਵਾਲ ਸਾਡੇ ਵਿਦਿਅਕ ਢਾਂਚੇ ਤੇ ਉੱਠਦੇ ਨੇ। ਬਹਿਸ ਇਸ ਮੁੱਦੇ ਤੇ ਅਜੇ ਜਾਰੀ ਹੈ। ਤੁਸੀਂ ਵੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਸਵਾਗਤ। ਤੇ ਇਸ ਵਾਰ ਗੱਲ ਕਰ ਰਹੇ ਹਾਂ ਆਪਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਸ਼ਹਾਦਤ ਵਾਸਤੇ ਕਿ ਉਹਨਾਂ ਦੀ ਵਿਚਾਰਧਾਰਾ ਕਿੰਨੀ ਸਕਾਰਗਤ ਹੋਈ ਹੈ। ਤੇ ਇਹਦੇ ਵਿੱਚੋਂ ਪਹਿਲਾਂ ਅਸੀਂ ਗੱਲ ਕੀਤੀ ਐਜੂਕੇਸ਼ਨ ਤੇ ਜਾਗਰੂਕ ਹੋਣ ਦੀ ਗੱਲ ਹੈ, ਜਿਹਦੇ ਵਿੱਚ ਦੂਜਾ ਵੱਡਾ ਸਵਾਲ ਭਗਤ ਸਿੰਘ ਦਾ ਸੀ ਕਿ ਧਰਮ ਇੱਕ ਅਫੀਮ ਹੈ। ਇਸ ਵਾਸਤੇ ਮੈਂ ਪਹਿਲਾਂ ਕੈਮੀ ਨਾਲ ਗੱਲ ਕਰਾਂਗਾ। ਕੈਮੀ ਇੱਕ ਨੌਜਵਾਨ ਨੇ। ਕੈਮੀ, ਤੁਸੀਂ ਕੀ ਸੋਚਦੇ ਹੋ ਧਰਮ ਬਾਰੇ? ਧਰਮ ਕਿੰਨਾ ਜ਼ਰੂਰੀ ਹੈ ਦੇਸ਼ ਲਈ? ਸਰ ਅੱਜ ਦੇ ਟਾਈਮ ਤੇ ਡੈਫੀਨੇਟਲੀ ਧਰਮ ਮਤਲਬ ਆਪਣੇ ਵਾਸਤੇ, ਇੱਕ ਸਮਾਜ ਵਾਸਤੇ ਕਾਫੀ ਜ਼ਰੂਰੀ ਹੈ, ਬਟ ਧਰਮ ਨੂੰ ਉਹਦੇ ਨਾਲ ਨਹੀਂ ਜੋੜਨਾ ਚਾਹੀਦਾ। ਸੋਸ਼ਲ ਦੇ ਤੌਰ ਤੇ ਕਹਿ ਸਕਦੇ ਹੋ, ਜਾਂ ਫਿਰ ਸਰਕਾਰ ਦੇ ਨਾਲ ਨਹੀਂ ਜੋੜਨਾ ਚਾਹੀਦਾ। ਸਰਕਾਰ ਨੂੰ ਵੋਟਿੰਗ ਸਿਸਟਮ ਹੋ ਗਿਆ ਜਿਹੜਾ ਅੱਜ ਕੱਲ੍ਹ ਧਰਮਾਂ ਦੇ ਨਾਮ ਤੇ ਵੋਟਾਂ ਚੱਲ ਰਹੀਆਂ ਨੇ, ਉਹ ਨਹੀਂ ਹੋਣਾ ਚਾਹੀਦਾ। ਕਿਉਂਕਿ ਜੇ ਵੋਟਿੰਗ ਸਿਸਟਮ ਧਰਮਾਂ ਦੇ ਨਾਮ ਹੋਊਗਾ, ਉਹ ਮੁੱਦੇ ਚੱਕਦੇ ਨੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਉਸ ਦੇ ਸਿਰ ਤੇ ਲੋਕ ਦੰਗੇ ਕਰਦੇ ਨੇ। ਸੋ ਯੂਥ ਨੂੰ ਕਾਫੀ ਭੜਕਾਇਆ ਜਾਂਦਾ ਹੈ। ਸੋ ਯੂਥ ਨੂੰ ਮੈਂ ਕਹਿਣਾ ਚਾਹੂੰਗਾ ਵੀ ਤੁਸੀਂ ਸਮਾਜ ਦੇ ਲਈ ਜੇ ਲੜਨਾ ਲੜੋ। ਜੇ ਤੁਸੀਂ ਲੜਨਾ ਵੀ ਕਿਸੇ ਨਾਲ ਧੱਕਾ ਹੋ ਰਿਹਾ ਜਾਂ ਫਿਰ ਕਿਸੇ ਦੇ ਨਾਲ ਕੁਝ ਮਾੜੀ ਹੋ ਰਹੀ ਹੈ, ਬਟ ਆਹ ਧਰਮ ਦੇ ਨਾਮ ਦੇ ਉੱਤੇ ਦੰਗੇ ਨਹੀਂ ਕਰਨੇ ਚਾਹੀਦੇ। ਪਰਵਿੰਦਰ ਜੀ, ਸਵਾਲ ਸੀ। ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ। ਸਾਨੂੰ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ। ਇੱਕ ਸਭ ਤੋਂ ਜ਼ਰੂਰੀ ਚੀਜ਼ ਕਿ ਸ਼ਹੀਦ ਭਗਤ ਸਿੰਘ ਨੂੰ ਧਰਮ ਜਾਂ ਆਪਣੇ ਦੇਸ਼ ਸੇਵਾ ਵਾਸਤੇ ਕੋਈ ਉਮਰ ਦੀ ਪਾਬੰਦੀ ਸੀ? ਕਦੋਂ ਉਹ ਇਸ ਚੀਜ਼ ਨੂੰ ਆਪਣਾ ਮੁੱਦਾ ਬਣਾ ਲਿਆ ਸੀ? ਸਾਡਾ ਧਰਮ ਸਾਡਾ ਦੇਸ਼ ਹੈ। ਉਹਨਾਂ ਨੇ ਇਹ ਮੁੱਦਾ ਬਹੁਤ ਛੋਟੀ ਉਮਰ ਵਿੱਚ ਉਠਾ ਲਿਆ ਸੀ। ਅੱਜ ਸਾਡਾ ਜੋ ਯੂਥ ਹੈ 25, 27, 28 ਸਾਲ ਦਾ ਹੋ ਕੇ ਐਜੂਕੇਸ਼ਨ ਲੈਣ ਗਿਆ ਹੁੰਦਾ, ਲੇਕਿਨ ਧਰਮ ਦੇ ਬੈਨਰ ਨੀਚੇ ਆ ਕੇ ਉਹ ਆਪਸ ਵਿੱਚ ਹੀ ਲੜ ਮਿਗੜ ਕੇ ਬੈਠ ਜਾਂਦਾ ਹੈ। ਨਾਅਰੇਬਾਜ਼ੀਆਂ ਚੱਲਦੀਆਂ ਨੇ, ਇੰਸਟੀਚਿਊਟ ਬੰਦ ਹੋ ਜਾਂਦੇ ਨੇ, ਬੱਸਾਂ ਫੂਕਦੇ। ਕਿ ਅਸੀਂ ਇਸ ਉਮਰ ਵਿੱਚ ਨਹੀਂ ਇਹ ਗੱਲ ਸਮਝ ਸਕਦੇ ਕਿ ਉਹ ਸ਼ਹੀਦਾਂ ਨੇ ਸਾਨੂੰ ਕਿੰਨੀ ਛੋਟੀ ਉਮਰ ਵਿੱਚ ਦੇਸ਼ ਦੀ ਸੇਵਾ ਦੱਸ ਦਿੱਤੀ ਸੀ। ਜੇ ਅਸੀਂ ਆਪਣਾ ਧਰਮ ਸਹੀ ਮੰਨਦੇ ਹਾਂ ਤਾਂ ਸਾਡਾ ਇਨਸਾਨੀਅਤ ਧਰਮ ਹੈ। ਚਾਹੇ ਅਸੀਂ ਦੋਸਤਾਂ ਨਾਲ ਹਾਂ, ਸਟੂਡੈਂਟਸ ਨਾਲ ਹਾਂ, ਕਿਸੇ ਸਮਾਜ, ਕਿਸੇ ਦਫ਼ਤਰ 'ਚ ਗਏ ਹਾਂ, ਜਾਂ ਸਾਡੇ ਕੋਲ ਕੋਈ ਚੱਲ ਕੇ ਆਇਆ, ਸਾਨੂੰ ਇੱਕ ਧਰਮ ਯਾਦ ਰੱਖਣਾ ਚਾਹੀਦਾ। ਮੇਰਾ ਸਵਾਲ ਇੱਥੇ ਤੁਹਾਨੂੰ ਦੋਨਾਂ ਨੂੰ ਕਿ ਧਰਮ ਸੱਚਮੁੱਚ ਅਫੀਮ ਹੈ ਕਿ ਵਿਕਾਸ ਦੇ ਰਾਹ ਵਿੱਚ ਰੋੜਾ ਬਣਦਾ ਹੈ? ਸਰ ਜੇ ਇਸ ਨੂੰ ਸਹੀ ਤਰੀਕੇ ਦੇ ਨਾਲ ਲਿਆ ਜਾਵੇ ਤੇ ਡੈਫੀਨੇਟਲੀ ਇਹ ਪੋਜ਼ਿਟਿਵਿਟੀ 'ਚ ਲਊਗਾ ਵਿਕਾਸ ਨੂੰ ਲੈ ਕੇ। ਬਟ ਅੱਜ ਕੱਲ੍ਹ ਜੋ ਵਰਤਿਆ ਜਾ ਰਿਹਾ, ਇਸ ਨੂੰ ਬਹੁਤ ਗਲਤ ਢੰਗ ਨਾਲ ਵਰਤਿਆ ਜਾ ਰਿਹਾ। ਤੇ ਜਿਹੜਾ ਇਹਨਾਂ ਨੇ ਕਿਹਾ ਕਿ ਇਹਨੂੰ ਵਰਤਿਆ ਜਾ ਰਿਹਾ ਹੈ, ਪਰੰਤੂ ਕੀ ਲੱਗਦਾ ਸੱਚਮੁੱਚ ਅਫੀਮ ਦਾ ਕੰਮ ਕਰ ਰਹੀ? ਨਹੀਂ, ਇਹ ਬਿਲਕੁਲ ਸਹੀ ਕਿਹਾ ਮੈਂ ਕਰਨ ਜੀ ਨਾਲ। ਇਹ ਨਹੀਂ ਕਿ ਜੋ ਇਹ ਯੂਥ ਹੁੰਦਾ ਹੈ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਧਰਮ ਨੂੰ ਵਰਤਿਆ ਜਾ ਰਿਹਾ। ਇਹ ਬਿਲਕੁਲ ਸ਼ਰਮ ਦੀ ਗੱਲ ਹੈ। ਸਾਨੂੰ ਇਸ ਚੀਜ਼ 'ਤੇ ਖਾਸ ਕਰਕੇ ਸਾਡੇ ਯੂਥ ਨੂੰ ਵੀ ਔਰ ਸਾਨੂੰ ਹਰ ਉਮਰ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਕਿ ਧਰਮ ਨੂੰ ਵਰਤਣ ਵਾਸਤੇ ਨਹੀਂ ਬਣਾਇਆ ਗਿਆ। ਧਰਮ ਕਿਵੇਂ ਇਫੈਕਟਡ ਕਰਦਾ ਹੈ? ਧਰਮ ਦੇ ਨਾਮ ਦੇ ਉੱਪਰ ਅਸੀਂ ਹਰ ਚੀਜ਼ ਦਾ ਫਾਇਦਾ ਉਠਾ ਸਕਦੇ ਹਾਂ। ਆਪਣੇ ਧਰਮ ਦੇ ਵਿੱਚ ਆਪਣੇ ਕਿਸੇ ਗੁਰੂ ਦੀ ਕਿਸੇ ਤਸਵੀਰ ਲਗਾ ਕੇ ਅਸੀਂ ਬਿਜ਼ਨਸ ਵਿੱਚ ਫਾਇਦਾ ਉਠਾਉਂਦੇ ਹਾਂ। ਅਸੀਂ ਧਰਮ ਦੇ ਬੈਨਰ ਦੇ ਹੇਠਾਂ ਪੋਲੀਟਿਕਸ ਵਿੱਚ ਚਲੇ ਜਾਂਦੇ ਹਾਂ। ਧਰਮ ਦਾ ਤਾਂ ਫਿਰ ਨਜਾਇਜ਼ ਫਾਇਦਾ ਉਠਾ ਰਿਹਾ। ਅਸਲੀ ਧਰਮ ਭੁੱਲ ਕੇ ਇਹ ਤਾਂ ਉਸ ਨੂੰ ਵੀ ਪਰਮਾਤਮਾ ਨੂੰ ਸ਼ਾਇਦ ਨਹੀਂ ਮਨਜ਼ੂਰ ਜੋ ਅਸੀਂ ਕਰਨ ਜਾ ਰਹੇ ਹਾਂ। ਇੱਕ ਗੱਲ ਇਹਦੇ 'ਚ ਉੱਭਰ ਕੇ ਆਈ ਹੈ, ਜਦੋਂ ਕਹਿੰਦੇ ਕਿ ਭਗਤ ਸਿੰਘ ਨੂੰ ਫਾਂਸੀ ਲੱਗਣੀ ਸੀ ਤਾਂ ਉਸ ਨੂੰ ਕਿਹਾ ਗਿਆ ਤੂੰ ਪਾਠ ਕਰ ਲੈ। ਉਸਨੇ ਕਿਹਾ ਅੱਜ ਤੱਕ ਮੈਂ ਜਿਹੜੀ ਚੀਜ਼ ਨੂੰ ਸਾਰੀ ਉਮਰ ਨਹੀਂ ਮੰਨਿਆ ਹੈ, ਅਤੇ ਅੱਜ ਮੈਂ ਜੇ ਇਹਨੂੰ ਪੜ੍ਹਨ ਲੱਗ ਗਿਆ, ਮੰਨਣ ਲੱਗ ਗਿਆ ਤਾਂ ਲੋਕ ਕੀ ਕਹਿਣਗੇ ਕਿ ਇਹੋ ਜਿਹਾ ਦੋਗਲਾ ਕਰੈਕਟਰ ਸੀਗਾ ਭਗਤ ਸਿੰਘ ਦਾ ਜੋ ਇਸ ਚੀਜ਼ ਨੂੰ ਮੰਨਦਾ ਹੈ। ਉਸਨੇ ਭਗਤ ਸਿੰਘ ਨੇ ਜਿਹੜੀ ਇਹ ਗੱਲ ਕੀਤੀ ਹੈ ਬਹੁਤ ਸੋਚ ਸਮਝ ਕੇ ਕੀਤੀ ਸੀ, ਅਤੇ ਤੁਸੀਂ ਕੀ ਮੰਨਦੇ? ਸਰ ਮੈਂ ਤਾਂ ਇਹੀ ਕਹੂੰਗਾ ਕਿ ਆਪਾਂ ਯੂਥ ਜੋ ਹੈ, ਜੋ ਸਾਰੇ ਦੇਸ਼ ਵਾਸੀ ਨੇ, ਪਹਿਲਾਂ ਉਹਨਾਂ ਦਾ ਧਰਮ ਭਾਰਤ ਹੋਣਾ ਚਾਹੀਦਾ, ਇੰਡੀਆ ਹੋਣਾ ਚਾਹੀਦਾ। ਕੁਝ ਹਿੰਦੁਸਤਾਨ ਕਹਿ ਸਕਦੇ ਹੋ ਵੀ ਹਿੰਦੁਸਤਾਨ ਹੋਣਾ ਚਾਹੀਦਾ, ਚਾਹੇ ਉਹ ਕਿਸੇ ਵੀ ਧਰਮ ਨਾਲ ਬਿਲੋਂਗ ਕਰਦੇ ਨੇ। ਧਰਮ ਦੇ ਨਾਂ ਦੇ ਉੱਪਰ ਲੜਾਈਆਂ ਕਦੇ ਨਹੀਂ ਹੋਣੀਆਂ ਚਾਹੀਦੀਆਂ।
ਜੇ ਉਹਨਾਂ ਨੂੰ ਲੱਗਦਾ ਕੁਝ ਗਲਤ ਹੋ ਰਿਹਾ ਉਹਨਾਂ ਦੇ ਧਰਮ ਦੇ ਨਾਲ, ਤੇ ਉਹ ਕਹਿ ਸਕਦੇ ਵੀ ਹਰੇਕ ਧਰਮ ਦਾ ਆਪਣਾ ਵੱਖਰੇ ਵੱਖਰੇ ਨਾਮ ਦਾ ਭਗਵਾਨ ਹੁੰਦਾ। ਵੈਸੇ ਜਿਵੇਂ ਕਰਨ ਨੇ ਗੱਲ ਕੀਤੀ ਹੈ ਕਿ ਰਾਸ਼ਟਰ ਨੂੰ ਬਣਾਇਆ, ਪਰੰਤੂ ਰਾਸ਼ਟਰ ਬਾਰੇ ਵੀ ਭਗਤ ਸਿੰਘ ਦੀ ਜਿਹੜੀ ਟਿੱਪਣੀ ਹੈ, ਕਹਿੰਦਾ ਉਹ ਇੱਕ ਖੇਤਰ ਬਿੰਦੂ 'ਚ ਨਹੀਂ, ਮਨੁੱਖਤਾ ਹੀ ਸਭ ਤੋਂ ਵੱਡਾ ਵਿਕਾਸ ਦਾ ਰਾਹ ਹੈ। ਕੀ ਕਹਿੰਦੇ ਤੁਸੀਂ? ਬਿਲਕੁਲ ਬਿਲਕੁਲ ਜੀ, ਉਹਨਾਂ ਨੇ ਇਹ ਬਿਲਕੁਲ ਸਹੀ ਕਿਹਾ। ਮੈਂ ਕਰਨ ਜੀ ਨਾਲ ਸਹਿਮਤ ਹਾਂ। ਜੇ ਤੁਹਾਡੇ ਵਿੱਚ ਜਾਗ੍ਰਿਤੀ ਹੈ, ਮੇਰਾ ਖੂਨ ਵੱਧ ਗਿਆ ਇਹ ਸੋਚ ਕੇ, ਸੁਣ ਕੇ ਕਿ ਇਹੀ ਕਾਸ਼ ਹਰ ਯੂਥ ਵਿੱਚ ਆ ਜਾਏ। ਭਗਤ ਸਿੰਘ ਜੀ ਜਦੋਂ ਯੰਗ ਏਜ ਵਿੱਚ ਯੂਥ, ਉਹ ਤਾਂ ਯੰਗ ਜ਼ਿੰਦਗੀ ਨੂੰ, ਮੌਤ ਨੂੰ ਗਲੇ ਉਸੇ ਵਿੱਚ ਲਗਾ ਕੇ ਸੀ, ਉਹਨਾਂ ਨੇ ਵੀ ਸ਼ੌਕ ਰੱਖੇ ਸਨ। ਉਹ ਚਾਰਲੀ ਚੈਪਲਿਨ ਦੀਆਂ ਫਿਲਮਾਂ ਦੇਖਦੇ ਸੀ। ਕਈ ਵਾਰੀ ਉਹਨਾਂ ਨੂੰ ਫਿਲਮਾਂ ਦੇਖਣ ਜਾਣ ਲਈ ਚੋਰੀ ਛਿਪੇ ਜਾਣਾ ਪੈਂਦਾ ਸੀ, ਅਤੇ ਉਹਨਾਂ ਨੂੰ ਇਸ ਵਾਸਤੇ ਆਪਣੇ ਸੀਨੀਅਰ ਲੀਡਰਾਂ ਤੋਂ ਡਾਂਟ ਵੀ ਖਾਣੀ ਪੈਂਦੀ ਸੀ। ਔਰ ਉਹਨਾਂ ਦੇ ਸ਼ੌਕ ਸੀ, ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਧਰਮ ਦੇ ਬਾਰੇ ਕਹਿੰਦੇ ਸੀ, ਜਾਂ ਜਦੋਂ ਉਹਨਾਂ ਨੂੰ ਫਾਂਸੀ ਦੇਣੀ ਸੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣੇ ਰੱਬ ਨੂੰ ਯਾਦ ਕਰ ਲਓ। ਉਹ ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਸੁਖਦੇਵ ਜੀ ਨੂੰ ਉਹਨਾਂ ਨੇ ਇੱਕ ਬੁੱਕ ਲਿਖ ਕੇ ਦਿੱਤੀ ਸੀ ਜਿਸ ਵਿੱਚ ਸੀ ਮੈਂ ਧਰਮ ਨੂੰ ਕਿਉਂ ਨਹੀਂ ਮੰਨਦਾ, ਜਿਸ ਦਾ ਨਾਮ ਮੈਂ ਨਾਸਤਿਕ ਕਿਉਂ ਹਾਂ। ਮਕਸਦ ਉਹਨਾਂ ਦੀ ਬੁੱਕ ਦਾ ਨਾਮ ਸੀ ਮੈਂ ਨਾਸਤਿਕ ਕਿਉਂ ਹਾਂ। ਤਾਂ ਉਹ ਕਹਿੰਦੇ ਸਨ ਕਿ ਨਾਸਤਿਕ ਦਾ ਮਤਲਬ ਇਹ ਸੀ ਵੀ ਮੈਂ ਨਾਸਤਿਕ ਇਸ ਲਈ ਹਾਂ ਕਿ ਮੇਰੇ ਲਈ ਇੱਕੋ ਹੀ ਧਰਮ ਹੈ, ਉਹ ਹੈ ਦੇਸ਼ ਸੇਵਾ। ਜਾਗ੍ਰਿਤੀ ਤਾਂ ਜਦੋਂ ਸ਼ੁਰੂਆਤ ਕਰ ਦੋ ਉਦੋਂ ਤੋਂ ਹੀ ਹੋ ਜਾਏਗੀ। ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਸੀ, ਇੱਕ ਵੱਡਾ ਸਵਾਲ ਉਦੋਂ ਬਣ ਜਾਂਦੀ ਹੈ ਕਿਉਂਕਿ ਲੋਕ ਧਰਮ ਦੀ ਵੱਖ ਨੂੰ ਲੈ ਕੇ, ਪਰਿਭਾਸ਼ਾ ਨੂੰ ਲੈ ਕੇ ਵੀ ਡਿਵਾਈਡਡ ਕਰ ਦਿੰਦੇ ਨੇ, ਜਿਸ ਕਰਕੇ ਵਿਕਾਸ ਜਿਹੜਾ ਵਿਗਿਆਨਿਕ ਢੰਗ ਨਾਲ ਹੋਣਾ ਚਾਹੀਦਾ ਹੈ, ਔਰ ਵਿਕਾਸ ਜਿਹੜਾ ਵਿਗਿਆਨਿਕ ਢੰਗ ਨਾਲ ਹੋਣਾ ਚਾਹੀਦਾ, ਕੀ ਹੋ ਰਿਹਾ? ਸਰ ਕਹਿ ਸਕਦੇ ਵੀ ਵਿਕਾਸ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੋ ਚੁੱਕਿਆ ਹੈ, ਬਟ ਕੁਝ ਚੀਜ਼ਾਂ ਨੇ ਜੋ ਕਾਫੀ ਨੈਗੇਟਿਵ ਜਾ ਰਹੀਆਂ ਨੇ। ਕਿਉਂਕਿ ਵੋਟਿੰਗ ਸਿਸਟਮ ਦੇ ਉੱਤੇ ਮੈਂ ਹਾਲੇ ਵੀ ਕਹੂੰਗਾ ਵੀ ਸਰਕਾਰਾਂ ਜੋ ਨੇ, ਮੈਂ ਇਹ ਨਹੀਂ ਕਿਸੇ ਵੀ ਪਾਰਟੀਕੂਲਰ, ਹਰ ਇੱਕ ਸਰਕਾਰ ਕਰਦੀ ਹੈ, ਕਿਉਂਕਿ ਇਹ ਤਰੀਕਾ ਬਣ ਚੁੱਕਿਆ। ਲੋਕ ਇੰਨੇ ਜਾਗਰੂਕ ਨਹੀਂ ਹੈਗੇ। ਉਹ ਜ਼ਿਆਦਾਤਰ ਇਹ ਲੋਕਾਂ ਨੂੰ ਜਾਗਰੂਕ ਹੋਣਾ ਪੈਣਾ ਵੀ ਧਰਮ ਨੂੰ ਛੱਡ ਕੇ ਵਿਕਾਸ ਦੇ ਤੌਰ 'ਤੇ ਸਰਕਾਰ ਚੁਣੀ ਜਾਵੇ ਜੋ ਚੰਗਾ ਸੋਚਦੀ ਆ ਹਰ ਇੱਕ ਦਾ। ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ, ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ। ਸਰਕਾਰਾਂ ਨੂੰ ਇਹ ਕਦਮ ਨਾਲ ਉਠਾਉਣਾ ਚਾਹੀਦਾ। ਅਸੀਂ ਸਿਰਫ ਯੂਥ ਤੋਂ ਐਕਸਪੈਕਟ ਨਾ ਕਰੀਏ, ਅਸੀਂ ਸਿਰਫ ਆਪਣੇ ਆਪ ਤੋਂ ਜਾਂ ਆਪਣੇ ਸਮਾਜ ਤੋਂ ਖਾਲੀ ਇਹ ਨਾ ਸੋਚੀਏ ਕਿ ਇਹਨਾਂ ਨੇ ਹੀ ਸੋਚਣਾ। ਸਰਕਾਰਾਂ ਤੋਂ ਵੀ ਅਸੀਂ ਇਹ ਆਸ ਕਰਦੇ ਹਾਂ ਕਿ ਉਹ ਇਸ ਚੀਜ਼ ਦਾ ਖਾਸ ਖਿਆਲ ਰੱਖਣ ਕਿ ਧਰਮ ਨੂੰ ਇੱਕ ਥੋੜ੍ਹਾ ਸਾਈਡ 'ਤੇ ਕਰ ਦੇਣ ਔਰ ਵਿਕਾਸ ਕਰਨ। ਵਿਕਾਸ ਦੇ ਦਮ 'ਤੇ ਹੀ ਆਪਣਾ ਅੱਗੇ ਜੋ ਆਪਣਾ ਬੰਦਾ ਇਹਨਾਂ ਦਾ ਸਰਕਾਰਾਂ ਬਣਾਉਣ। ਤੇ ਹੁਣ ਆਪਾਂ ਅੰਤ ਵੱਲ ਵੱਧਦੇ ਹੋਏ, ਪਰਮਿੰਦਰ ਜੀ, ਮੈਂ ਚਾਹੁੰਦਾ ਕਿ ਕੋਈ ਨਾ ਕੋਈ ਆਪਣਾ ਮੈਸੇਜ ਤੁਸੀਂ ਸ਼ਾਨ ਪੰਜਾਬੀ ਦੇ ਦਰਸ਼ਕਾਂ ਨੂੰ। ਮੈਸੇਜ ਤਾਂ ਮੇਰਾ ਸਿਰਫ ਬਹੁਤ ਦਿਲੋਂ ਹੈ ਕਿ ਅਸੀਂ ਉਸ ਸੁਪਨੇ ਨੂੰ ਇੱਕ ਵਾਰੀ ਅੱਖਾਂ ਬੰਦ ਕਰਕੇ ਸੋਚੀਏ ਜੋ ਸਾਡੇ ਸ਼ਹੀਦ ਭਗਤ ਸਿੰਘ ਨੇ ਦੇਖਿਆ ਸੀ। ਅਸੀਂ ਕਰ ਸਕਦੇ ਹਾਂ, ਅਸੀਂ ਕਿਉਂ ਨਹੀਂ ਕਰ ਸਕਦੇ? ਅਸੀਂ ਵੀ ਉਹਨਾਂ ਵਰਗੇ ਹੀ ਹਾਂ। ਉਸ ਯੁੱਗ ਵਿੱਚ ਉਹਨਾਂ ਨੂੰ ਕੋਈ ਸਹੂਲਤਾਂ ਨਹੀਂ ਸੀ, ਅੱਜ ਸਾਨੂੰ ਸਹੂਲਤਾਂ ਦੀ ਕੋਈ ਕਮੀ ਨਹੀਂ। ਅੱਜ ਸਾਨੂੰ ਮੀਡੀਆ ਦਾ ਬਹੁਤ ਵੱਡੀ ਹੈਲਪ ਹੈ। ਤਾਂ ਅਸੀਂ ਵੀ ਉਹ ਕਦਮ ਜੋ ਉਹਨਾਂ ਨੇ 4 ਚਲਾਏ ਸੀ, ਅਸੀਂ 10 ਕਦਮ ਹੋਰ ਚੱਲੀਏ ਅਤੇ ਦੇਸ਼ ਨੂੰ ਤਰੱਕੀ ਵੱਲ ਜਾਈਏ। ਤੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਮੈਸੇਜ? ਹਾਂ ਸਰ, ਮੈਂ ਤਾਂ ਇਹੀ ਕਹਿਣਾ ਚਾਹਾਂਗਾ, ਜੇ ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ ਤੇ ਸਮਾਜ ਨੂੰ ਜਾਗਰੂਕ ਹੋਣਾ ਚਾਹੀਦਾ ਵੀ ਧਰਮ ਦੇ ਨਾਂ ਦੇ ਉੱਪਰ ਭੜਕਣਾ ਬੰਦ ਕਰਨ ਤੇ ਸਰਕਾਰਾਂ ਨੂੰ ਮਜਬੂਰ ਕਰ ਦੇਣ ਕਿ ਧਰਮ ਦੇ ਨਾਂ ਤੇ ਵੋਟ ਮੰਗਣੀ ਬੰਦ ਕਰ ਦੇਣ ਤੇ ਵਿਕਾਸ ਕਰਨ, ਤਾਂ ਕਿ ਉਸ ਤੇ ਵੋਟਿੰਗ ਹੋ ਸਕੇ ਤੇ ਸਹੀ ਸਰਕਾਰ ਚੁਣੀ ਜਾ ਸਕੇ। ਧੰਨਵਾਦ ਕਰਨ ਜੀ, ਧੰਨਵਾਦ ਪ੍ਰਵਿੰਦਰ ਛਾਬੜਾ ਜੀ ਸਮਾਂ ਦੇਣ ਲਈ। ਤੇ ਹੁਣ ਸਮਾਂ ਹੋ ਚੱਲਿਆ ਵਿਦਾ ਲੈਣ ਦਾ, ਪਰੰਤੂ ਇੱਕ ਬਹੁਤ ਵੱਡਾ ਸਵਾਲ ਸਾਡੇ ਲਈ, ਮਨੁੱਖ ਦਾ ਵਿਕਾਸ ਹੋ ਰਿਹਾ ਕਿ ਨਹੀਂ ਹੋ ਰਿਹਾ? ਕਿਉਂਕਿ ਭਗਤ ਸਿੰਘ ਦੇ ਜਿਹੜੇ ਸੁਪਨੇ ਸੀ ਉਹਦੇ ਵਿੱਚ ਮਨੁੱਖ ਦੇ ਵਿਕਾਸ ਦੀ ਗੱਲ ਕੀਤੀ ਗਈ ਸੀ, ਪਰੰਤੂ ਸਾਡਾ ਵਿਸ਼ਵ ਹਥਿਆਰਾਂ ਦੀ ਹੋੜ 'ਚ ਅਤੇ ਸਾਡਾ ਭਾਰਤ ਧਰਮ ਦੀਆਂ ਜੰਗਾਂ ਉਲਝਣਾਂ 'ਚ ਫਸ ਕੇ ਰਹਿ ਗਿਆ ਹੈ, ਜਿਸ ਕਰਕੇ ਸੁਪਨੇ ਦੂਰ ਕੋਹਾਂ ਦੂਰ ਹੁੰਦੇ ਜਾ ਰਹੇ ਨੇ। ਇਹ ਸਵਾਲ ਤੁਹਾਡੇ ਲਈ ਹੈ। ਸਾਨੂੰ ਸੁਝਾਅ ਦਿੰਦੇ ਰਹੋ, ਵੇਖਦੇ ਰਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ। ਧੰਨਵਾਦ।